बिस्मिल्लाहिर्रहमानिर्रहीम अस्सलामुअलैकुम। वेलकम टू द फार्मिंग टिप्स। फार्मिंग टिप्स में शाहिद अली अवान की जानिब से खुश आमदीद। नाजरीन, आज करलूब के मोहम्मद मुनीर साहब आपसे अपने बफलो फार्म की सच्ची और खरी बातें करेंगे। आपको बताएंगे कि जानवर कहां से खरीदने चाहिए, कैसे खरीदने चाहिए, जानवर को क्या खिलाना चाहिए, जानवर से क्या मिलता है, जानवर के ऊपर क्या खर्च हो जाता है और बहुत सारी बातें जो किसी भी डेयरी फार्मर या बफलो फार्मर को पता होनी चाहिए। उम्मीद है आपको हमारी काविश पसंद आएगी और इंशाअल्लाह अज़ व जल आपको फ़ायदा होगा। अगर आपको वीडियो अच्छी लगी तो इसको लाइक, कमेंट और शेयर ज़रूर कीजिएगा। तो चले मुनीर साहब से मिलते हैं। वालेकुम अस्सलाम। चलो जी, अपना तारुफ कराओ जी जनाब। की नाम है ਤੁਹਾਡਾ? मोहम्मद मनीर। ਤੇ ਕਿਹੜਾ ਪਿੰਡ ਹੈ ਤੁਹਾਡਾ? करलूब। ਅੱਛਾ, ਚਲੋ ਜੀ, ਕਿੰਨੇ ਜਾਨਵਰ ਰੱਖੇ ਨੇ ਤੁਸੀਂ? मेरे को है नहीं कोई 18-20 ਜਾਨਵਰ ਨੇ। ਤੇ ਕਿੰਨੇ ਰਕਬੇ ਚ ਤੁਸੀਂ ਰੱਖੇ ਨੇ? ਇਹਦੇ ਵਿੱਚ ਮੇਰੇ ਕੋਲ ਕੋਈ 12-14 ਕਿੱਲੇ ਜ਼ਮੀਨ ਹੈ। ਅੱਛਾ, ਚਾਰੇ ਵਾਸਤੇ? ਹਾਂ, ਖਰਾਬ ਚਾਰੇ ਵਾਸਤੇ ਨਹੀਂ, ਸਾਰੀ ਸ਼ੈੱਡ ਜਿਹੜਾ ਤੁਸੀਂ ਬਣਾਇਆ ਹੈ ਵਾਲਾ, ਆ ਇਹਦੇ ਵਿੱਚ ਇਹ ਕਿੰਨੀ ਜਗ੍ਹਾ ਵੇ? ਇਹ ਸਾਰੀ ਹੋਈ ਤੇ 10 ਮਰਲੇ ਹੋਏਗੀ। 10 ਮਰਲੇ ਦੇ ਵਿੱਚ ਤੁਸੀਂ ਸ਼ੈੱਡ ਬਣਾਇਆ, ਠੀਕ ਹੈ। अच्छा सर, यह दसो कि अच्छे जानवर की निशानी की है, अच्छी मझ की निशानी की है, कितनी मझ लेनी है तो कितना पहचानेगा क्या अच्छी है? ਜ਼ਿਆਦਾਤਰ ਮੋਟੇ ਦੇਣ ਨਾਲ ਅਸੀਂ ਲੋਕ ਵੇਖ ਲੈਂਦੇ ਆ ਜੀ ਇਹ ਮਈ ਨਹੀਂ ਚੰਗੀ ਇਹ ਚੰਗੀ ਹੈ। ਉਂਝ ਅਸਲ ਗੱਲ ਇਹ ਵੇ ਕਿ ਮਈਆਂ ਰੱਖ ਕੇ ਚੋਈਏ ਤੇ ਪਤਾ ਲੱਗਦਾ ਚੰਗੀ ਦਾ। ਖੁਸ਼ਬੂ ਜਿਹਨੂੰ ਤੁਸੀਂ ਗਲਤ ਗਿਣਦੇ ਹੋ ਚਵਾਈ ਚੋ ਸੈੱਟ ਆਵੇ, ਉਹ ਅੱਛੀ ਆਵੇ, ਇੰਜ ਵੀ ਹੁੰਦਾ। यानी ਕੁਦਰਤ ਦਾ ਨਿਜ਼ਾਮ ਹੈ, ਬੰਦਾ ਇਹਦੇ 'ਚ ਆਪਣੇ ਹੱਥ ਨਾਲ ਜਾਂ ਆਪਣੀ ਨਜ਼ਰ ਨਾਲ ਸਾਰਾ ਕੁਝ ਨਹੀਂ ਵੇਖ ਸਕਦਾ। ठीक है, ਹਾਂ। दो चीज़ों का अमल हल हो गया, एक नज़र एक चुवाई। यानी चुवाई करके देखिए। ਹਾਂ, ਕਈ ਡੰਗਰ ਵੇਖੇ ਨੇ ਵੇਖਣ 'ਚ ਸੋਹਣੇ ਨਹੀਂ ਲੱਗਦੇ, ਜਦੋਂ ਚਵਾਈ 'ਚ ਆਉਂਦੇ ਨੇ ਸੋਹਣਿਆਂ ਨਾਲੋਂ ਵੀ ਚੰਗੇ ਹੁੰਦੇ ਨੇ। ठीक है, ਹਾਂ ठीक है, ਹਾਂ। बिल्कुल सही गल की, क्योंकि सारी चीज़ां मत्थे ते नहीं लिखियां होंदियां, कुछ चीज़ां अंदर नहीं होंदियां। ਵੇਖੋ ਨਾ, ਜ਼ਿਆਦਾਤਰ ਇਹ ਦੁਨੀਆ 'ਚ ਫਿਰਦੇ ਆ ਚੋਰ ਲੋਕ ਬੜੇ ਖਲਾਕੀ ਮਿਲਣਗੇ ਤੁਹਾਨੂੰ, ਹੋਣਗੇ ਚੋਰ, ਖਲਾਕ ਉਹਨਾਂ ਦਾ ਇੰਨਾ ਹੋਏਗਾ ਕਿ ਪੁੱਛ ਕੁਝ ਨਾ। ਦਾੜੀ ਵੀ ਇੱਥੋਂ ਇੱਥੋਂ ਤੱਕ ਰੱਖੀ ਹੋਏਗੀ। ਹਾਂ, ਤੇ ਖੁਸ਼ਬੂ ਤੁਹਾਨੂੰ ਸਾਦਾ ਜਿਹਾ ਮਿੱਟੀ ਦਾ ਭਰਿਆ ਬੰਦਾ ਮਿਲੇ ਤੇ ਉਹਦਾ ਜਦੋਂ ਵਰਤ ਕੇ ਉਹਦਾ ਅਮਲ, ਉਹਦੀ ਕੀਦਤ ਵੇਖੋ ਤੇ ਤੁਹਾਨੂੰ ਦੁਨੀਆ 'ਚ ਰਹਿਣ ਦਾ ਮਜ਼ਾ ਆ ਜਾਏ। ਐਸੇ ਲੋਕ ਵੀ ਹਨ। चंगी मझ बहाओगे जी चंगी नस्ल की तो कितना पता चल रहा है चंगी ਰੱਖੇ ਹੀ ਪਤਾ ਲੱਗਦਾ ਚੰਗੀ ਦਾ, ਬੰਦੇ ਦਾ ਚੰਗੇ ਦਾ ਵਰਤਿਆਂ ਪਤਾ ਲੱਗਦਾ, ਨਿਸ਼ਾਨ ਦਾ, ਤੇ ਮਾਲ ਨੂੰ ਰੱਖਿਆ ਪਤਾ ਲੱਗਦਾ ਚੰਗਾ ਕਿਹੜਾ ਹੈ। ਬਕਾਇਆ ਸਾਰਾ ਝੂਠ ਹੈ। बड़ी गल है, बड़ी गल। मझां फिर टुर के लैनियां चाहिए नहीं या फिर मंडी को बंदा जाके लै? ਮੰਡੀ ਪਹਿਲੀ ਗੱਲ ਤੇ ਇਹ ਵੀ ਕਿ ਵਪਾਰੀ ਚੰਗਾ ਹੋਏ ਮਾੜਾ ਹੋਏ ਉਹ ਵੇਚਣ ਵਾਸਤੇ ਲੈ ਕੇ ਜਾਂਦਾ ਹੈ। ਜਿਹੜੇ ਅਸੀਂ ਲੋਕ ਹੁੰਨੇ ਆ, ਅਸੀਂ 100 ਚੋਂ 10 ਮਜਬੂਰੀ ਵਾਲੇ ਹੁੰਨੇ ਆ। ਬਕਾਇਆ ਸਾਡੇ ਡੰਗਰ 'ਚ ਕੋਈ ਨਾ ਕੋਈ ਡਿਫੈਕਟ ਹੁੰਦਾ ਤਾਂ ਅਸੀਂ ਮੰਡੀ ਲੈ ਕੇ ਜਾਂਦੇ ਹਾਂ, ਬਕਾਇਆ ਅੱਜ ਨਹੀਂ ਜਾਂਦੇ। ਸੁੱਕ ਵੀ ਜਾਏ ਅਸੀਂ ਉਹਨੂੰ ਮੰਡੀ ਨਹੀਂ ਖੜਦੇ। ਅਸਾਂ ਉਦੋਂ ਖੜਨਾ ਜਦੋਂ ਸਾਡੀ ਸਮਝੋ ਬਾਹਰ ਹੈ। यानी ਤੁਹਾਡੇ ਖਿਆਲ 'ਚ ਫਿਰ ਮੰਡੀ ਨਹੀਂ ਜਾਣਾ ਚਾਹੀਦਾ? ਨਹੀਂ, ਜਾਣ ਨੂੰ ਜਾ ਰਹੀ ਦੁਨੀਆ, ਅੱਲਾ ਦਾ ਨਿਜ਼ਾਮ ਚੱਲਦਾ ਪਿਆ, ਬਗੈਰ ਮੰਡੀ ਤੋਂ ਵੀ ਗੁਜ਼ਾਰਾ ਨਹੀਂ। ਅਸੀਂ ਇੱਕ ਆਪਣੇ ਖਿਆਲ ਦੇ ਆਪਣੇ ਕੰਮ ਦੇ ਲਿਹਾਜ਼ ਨਾਲ ਤੁਹਾਨੂੰ ਇਹ ਗੱਲ ਕੀਤੀ ਹੈ। ਮੰਡੀ 'ਚ ਧੋਖਾ ਹੈ। ਹਾਂ, ਚੰਗਾ ਡੰਗਰ ਅਸੀਂ ਮੰਡੀ ਨਹੀਂ ਖੜਦੇ ਭਾਵੇਂ ਸੁੱਕਾ ਵੀ ਹੋਏ। ਯਾਨੀ ਤੁਹਾਡੇ ਕਹਿਣ ਦਾ ਮਕਸਦ ਹੈ ਕਿ ਉੱਥੇ 90% ਜਿਹੜੇ ਨੇ ਜਾਨਵਰ ਉਹ ਹੱਥ ਫੜੂ ਜਿਹੜੇ ਨੇ ਉਹ ਡਿਫੈਕਟ ਵਾਲੇ ਹੁੰਦੇ ਨੇ। ਜਿਹੜਾ ਵਪਾਰੀ ਮਾਲ ਲੈ ਕੇ ਆਉਂਦਾ ਉਹਦੇ 'ਚ ਸੋਨਾ ਵੀ ਹੈ, ਸਿੱਕਾ ਵੀ ਹੈ, ਨਸੀਬ ਆਪਣਾ ਆਪਣਾ। ਤੇ ਜਾਨਵਰਾਂ ਦੀ ਰੂਟੀਨ ਦੱਸਿਓ ਜ਼ਰਾ ਕਿ ਕਿੰਨੇ ਵਜੇ ਉਹਨਾਂ ਨੂੰ ਤੁਸੀਂ ਖੋਲ੍ਹਦੇ ਹੋ, ਕਿੰਨੇ ਵਜੇ? एक सवाल है चर्चा कि 10 मरले कोई मसला मसाइल तो नहीं होंदा इन्हां रखण च? ਇਹ ਇੰਨੇ ਕੁ ਮਾਲ ਦੇ ਮੁਤਾਬਕ ਤੇ ਨਹੀਂ, ਤੇ ਜ਼ਿਆਦਾ ਮਾਲ ਹੋਵੇ ਤੇ ਫਿਰ ਇਹਦੇ 'ਚ ਨਹੀਂ ਆਉਂਦਾ, ਫਿਰ ਨਹੀਂ ਕੰਮ ਚੱਲਦਾ। ਤੁਹਾਡੇ ਖਿਆਲ 'ਚ ਇੱਕ ਜਾਨਵਰ ਕਿੰਨੀ ਜਗ੍ਹਾ 'ਚ ਸਮਾ ਸਕਦਾ? ਇੱਕ ਦੀ ਰਿਹਾਇਸ਼ ਜਿਹੜੀ ਹੈ ਉਹਦੇ ਵਾਸਤੇ 2 ਮਰਲੇ ਜਗ੍ਹਾ ਹੋਣੀ ਚਾਹੀਦੀ, ਜੋ ਉਸ ਗੱਲ ਨੂੰ ਕਰੀਏ। ਅੱਛਾ, ਹਾਂ, ਤੇ ਫਿਰ ਉਸ ਹਿਸਾਬ ਨਾਲ ਤੇ 18 ਡੰਗਰਾਂ ਤੇ 36 ਮਰਲੇ ਜਗ੍ਹਾ ਬਣਦੀ ਆ। ਤੁਸੀਂ ਕਿਸ ਤਰ੍ਹਾਂ ਥੋੜੀ ਜਗ੍ਹਾ 'ਚ ਮੈਨੇਜ ਕੀਤਾ ਹੈ? ਮਜਬੂਰੀ ਹੈ। ਦੂਜਾ ਇਹ ਵੀ ਕਿ ਅਸੀਂ ਸਾਰਾ ਇਹਨੂੰ ਚਾਰਾ ਨਹੀਂ ਪਾ ਰਹੇ, ਅੱਛਾ, ਵਿੱਚੋਂ ਨੇ ਜਿਹੜੇ ਇੰਜੀ ਡੱਕੇ ਨੇ। ਹਾਂ, ਚਾਰੇ ਦਾ ਇੰਤਜ਼ਾਮ ਕਰੀਏ ਤੇ ਇਹਦੇ ਵਾਸਤੇ ਕਨਾਲ ਜਗ੍ਹਾ ਵੀ 2 ਕਨਾਲਾਂ ਵੀ ਹੋਣੀ ਚਾਹੀਦੀ ਹੈ। ਹਾਂ, ਪੂਰਾ ਤਰੀਕਾਕਾਰ ਕਰੀਏ ਡੇਅਰੀ ਦੇ ਲਿਹਾਜ਼ ਨਾਲ। ਤੇ ਅਸੀਂ ਉਹਨੇ ਜੋਗੇ ਨਹੀਂ, ਅਸੀਂ ਮਾੜੇ ਲੋਕ ਹੁੰਨੇ ਆ ਇਸ ਵਾਸਤੇ। ਦੂਜਾ ਨਪੜ੍ਹ ਲੋਕ ਆ, ਜਾਹਿਲ ਤਬਕੇ ਦੇ ਲਿਹਾਜ਼ ਨਾਲ ਸਾਡਾ ਇਹ ਹੀ ਧੰਦਾ ਹੈ, ਹੋਰ ਅਸੀਂ ਕੀ ਕਰੀਏ। ਠੀਕ ਨਹੀਂ ਲੱਗੀ। ਤੁਹਾਡਾ ਬੜਾ ਅੱਛਾ ਨਿਜ਼ਾਮ ਹੈ ਕਿ ਤੁਸੀਂ ਜਿਹੜੀ ਕੰਮ 36 ਮਰਲੇ 'ਚ ਹੁੰਦਾ ਹੈ ਤੁਸੀਂ ਉਹ 10-15 ਮਰਲੇ 'ਚ ਕਰ ਰਹੇ ਹੋ, ਤੇ ਤੁਹਾਡੇ 'ਚ ਬੜਾਈ ਹੈ ਤੇ ਤੁਸੀਂ ਕਰ ਰਹੇ ਹੋ ਨਾ, ਹਰ ਬੰਦਾ ਤਾਂ ਨਹੀਂ ਨਾ ਕਰ ਸਕਦਾ ਜੀ ਸਰ। ਅੱਛਾ, ਦੂਸਰੀ ਗੱਲ ਹੈ ਕਿ ਇਹਨਾਂ ਦੀ ਰੂਟੀਨ ਸਾਨੂੰ ਦੱਸਿਓ ਕਿ ਸਵੇਰੇ ਕਿੰਨੇ ਵਜੇ ਇਹਨਾਂ ਨੂੰ ਤੁਸੀਂ ਪੱਠੇ ਪਾਉਂਦੇ ਹੋ, ਫਿਰ ਉਹਦੇ ਬਾਅਦ ਕਿੰਨੇ ਵਜੇ ਧਾਰਾਂ ਕੱਢਦੇ ਹੋ ਔਰ ਖੋਲ੍ਹਦੇ ਕਿੰਨੇ ਵਜੇ? ਸੁਬਾਹ ਰੋਜ਼ਾਨਾ ਵੇਲੇ ਉੱਠ ਪਈਦਾ ਜੀ, 8 ਵਜੇ ਨੂੰ ਇਹਨਾਂ ਦਾ ਸਾਰਾ ਕੰਮ ਮੁਕਾ ਕੇ 8 ਸਾਢੇ 8 ਵਜੇ ਨੂੰ ਇਸ ਕੰਮ ਤੋਂ ਵਿਹਲੇ ਹੋ ਜਾਂਦੇ ਆ।
उस तो बाद 11 बजे तक पट्ठे वड्ढने ने, ठीक है, उन्होंने घर लिया पैली चों, टोके मगर सुट के मोटर मगर, फिर इन्हों कढ़ लेना। ते पहली अपनी है तुहाडी? हाँ अपनी मीं विच लोकां दी भी है, जिहड़ी पई होए ਉਹਦੇ 'ਚ एक दूजे नूं असीं कुछ भी नहीं आखदे, जिहड़ा मर्जी पिया चारे। किन्नी पहली है? ਉਂਝ मालक 15 किले दा है जी, 14-15 ਇਹ ਜਿਹੜੇ ਤੁਹਾਡੇ ਜਾਨਵਰ ਨੇ ਤੁਹਾਨੂੰ ਦੱਸਿਆ 18-20 ਜਾਨਵਰ ਨੇ, 18-20 ਵਾਸਤੇ ਕਿੰਨੇ ਕੁ ਪੱਠੇ ਹੋਣੇ ਚਾਹੀਦੇ ਨੇ, ਕਿੰਨੇ ਜਿਹੜਾ ਜਗ੍ਹਾ ਹੋਣੀ ਚਾਹੀਦੀ ਹੈ ਤੇ ਪੱਠੇ ਜਿਹੜਾ ਨਵਾਰਾ ਖਾਂਦੇ? ਇਹਨਾਂ ਵਾਸਤੇ 5 ਕਿਲੇ ਜਗ੍ਹਾ ਹੋਣੀ ਚਾਹੀਦੀ ਪੱਠਿਆਂ 'ਚ ਰਹੇ, ਜਿਹੜੀ ਹਰ ਸਾਰਾ ਸਾਲ ਮੌਸਮ ਦੇ ਲਿਹਾਜ਼ ਨਾਲ। ਉਹ ਤੁਸੀਂ ਆਪਣੀ ਜਗ੍ਹਾ ਤੋਂ ਵੀ ਲੈਂਦੇ ਹੋ ਤੇ ਨਾਲ ਮੁੱਲ ਵੀ ਲੈ ਲੈਂਦੇ ਹੋ? ਹਾਂ ਠੀਕ ਹੋ ਗਿਆ। 5 ਕਿਲੇ ਪੱਠੇ ਕਾਫੀ ਹੁੰਦੇ ਨੇ बड़े ने ਇਹਨਾਂ इन्हां ਜਾਨਵਰਾਂ दे। ਵਾਸਤੇ। हाँ ਤੇ ਸਰਦੀਆਂ ਤੇ ਗਰਮੀਆਂ ਤੇ ਅਲੱਗ-ਅਲੱਗ 5-5 ਕਿਲੇ। हाँ जैसा मौसम होया ऐसा ही है ना, ਬਰਸੀਨ ਵੀ ਉਨਾ ਹੀ ਕਾਸ਼ਤ ਕਰਨਾ ਪੈਂਦਾ, करना पैंदा तां ही। ਜਿੰਨੀ ਚਰੀ ਉਨਾ ਹੀ ਬਰਸੀਨ, ਉਹ ਜਾਂ ਵੀ। ਬਰਸੀਨ ਘੱਟ। ना पेच गया लोगों में कणक सरफा करके बीजनी होंदी है, 2-3 किले स्टाला बीज के भी काम चला लेंदे ने। ਠੀਕ ਹੈ। हाँ ਜਾਨਵਰਾਂ ਨੂੰ ਵੰਡਾ ਕੇ ਪਾਉਂਦੇ ਆ? वंडा जो कुछ इन्होंने चाहिए पा ही नहीं सकते, असीं माड़े लोग हाँ नहीं। कणक शणक दड़ा लई विच घर दी। ਤੁਹਾਡੀ ਹਾਲ 'ਚ ਬਿਹਤਰ ਵੰਡਾ ਕਿਹੜਾ ਜਾਨਵਰਾਂ ਵਾਸਤੇ? असल असूल के मुताबिक तो वंडा होना चाहिए इन्हां दा खल वड़ेवियां दी, करा ਠੀਕ ਹੈ, ढेला खल, ਠੀਕ ਹੈ, कणक दा दलिया, ਠੀਕ ਹੈ, ਉਹਦੇ ਵਿੱਚ ਛਿੱਲੜ, ਚੌਕਰ, ਸਾਰਾ ਕੁਝ ਮਿਕਸ ਕਰਕੇ ਇਹਨੂੰ ਪਾਇਆ ਜਾਏ, ਫਿਰ ਇਹਦੀ ਰੂਟੀਨ ਪੂਰੀ ਹੁੰਦੀ। ਫਰਜ਼ ਕਰੋ ਇੱਕ ਜਾਨਵਰ 15 ਕਿਲੋ ਦੁੱਧ ਦਿੰਦਾ ਹੈ, ਤੁਹਾਨੂੰ ਕਿੰਨਾ ਪਾਇਆ ਜਾਏ? 15 ਕਿਲੋ ਦੁੱਧ ਵਾਲੇ ਨੂੰ ਮੇਰੇ ਖਿਆਲ ਨਾਲ ਉਹਦਾ ਵੰਡੇ ਦਾ ਖਰਚਾ 400 ਰੁਪਈਆ ਰੋਜ਼ ਦਾ ਹੈ। ਕਿੰਨੇ ਕਿਲੋ ਵੰਡਾ ਪਾਇਆ ਜਾਣਾ ਚਾਹੀਦਾ ਸਾਰੀ ਚੀਜ਼ਾਂ ਮਿਕਸ ਕਰਕੇ? ਘੜੀ ਤੋਂ 6 ਕਿਲੋ ਵੰਡਾ ਉਹਨੂੰ ਦੋਵਾਂ ਟਾਈਮਾਂ ਦਾ ਪਾਇਆ ਜਾਣਾ ਚਾਹੀਦਾ। ਯਾਨੀ ਤੁਹਾਡੇ ਖਿਆਲ 'ਚ ਤੀਸਰਾ ਹਿੱਸਾ 5 ਤੋਂ 6 ਕਿਲੋ। 5 ਤੋਂ 6 ਕਿਲੋ ਤੀਸਰਾ ਹਿੱਸਾ ਹੀ ਹੋ ਗਿਆ ਨਾ। ਹਾਂ। 15 ਕਿਲੋ ਦੁੱਧ ਤੇ 5 ਕਿਲੋ ਵੰਡਾ ਤੀਸਰਾ ਠੀਕ ਹਿੱਸਾ ਹੋ ਗਿਆ। ਠੀਕ ਹੈ ਯਾਨੀ ਜਿੰਨਾ ਦੁੱਧ ਹੋਇਆ ਉਹਦਾ ਤੀਸਰਾ ਹਿੱਸਾ ਵੰਡਾ ਪੈਣਾ ਚਾਹੀਦਾ। ਠੀਕ ਹੈ। ਜ਼ਬਰਦਸਤ। ਅੱਛਾ ਸਰ ਇਹ ਦੱਸੋ ਕਿ ਇੱਕ ਜਾਨਵਰ ਤੇ ਰੋਜ਼ਾਨਾ ਦਾ ਖੁਰਾਕ ਦਾ ਖਰਚ ਕਿੰਨਾ ਕੁ ਹੋ ਜਾਂਦਾ? ਖੁਰਾਕ ਪਲੱਸ ਵੰਡਾ ਸਣੇ ਪੱਠਿਆਂ ਮਹੀਂ ਨੂੰ ਪੂਰੀ ਹਿਫਾਜ਼ਤ ਨਾਲ ਉਹਦਾ ਬੰਦੇ ਦਾ ਵੀ ਖਰਚਾ ਪਾਈਏ ਨਾ, 1000 ਰੁਪਈਆ ਖਰਚਾ ਉਹਦਾ। ਠੀਕ ਹੈ, ਹਾਂ ਸਣੇ ਬੰਦੇ। ਠੀਕ ਹੈ। ਜਿਹੜੀ ਮਾਈ ਦੀ 1000 ਰੁਪਏ ਟਹਿਲ ਕਰਨੀ ਹੈ, ਉਸ ਮਾਈ ਤੋਂ ਫਿਰ ਮਿਲਦਾ ਕੀ ਹੈ? ਉਹ ਜਿਹੜੀ ਮਹੀਂ ਹੈ ਨਾ ਉਹ 14-15 ਕਿਲੋ ਦੁੱਧ ਦਿੰਦੀ ਹੈ, ਤੇ 100 ਚੋਂ 10 ਮਈਆਂ ਐਸੀਆਂ ਜਿਹੜੀਆਂ 14-15 ਦਿੰਦੀਆਂ ਨੇ, ਨਹੀਂ ਤੇ ਜ਼ੁਬਾਨੀ ਦੁੱਧ ਅਸੀਂ ਲੈ ਜਾਂਦੇ ਹਾਂ। ਮੇਰੀ ਇਹ ਮਹੀਂ 20 ਸਿਰ ਦੁੱਧ ਦਿੰਦੀ ਹੈ, ਜਦੋਂ ਮਿਣ ਕੇ ਲਈਏ ਤੇ ਫਿਰ ਨਹੀਂ ਦਿੰਦੀਆਂ। ਫਿਰ 100 ਚੋਂ 10 ਨੇ ਕਿ ਜਿਹੜੀਆਂ 12-14 ਸਿਰ ਦਿੰਦੀਆਂ ਨੇ, ਬਗਾਇਆ ਨਹੀਂ, ਸਾਰਾ ਝੂਠ ਹੈ। 12-14 ਸਿਰ ਦੁੱਧ ਲੈ ਕੇ ਔਰ 1000 ਰੁਪਏ ਖਰਚ ਕਰਕੇ ਤੇ ਫਿਰ ਦਾ ਕੰਮ ਨੁਕਸਾਨ ਦੇਣਾ ਹੋ ਗਿਆ। ਇਹ ਸਾਰਾ ਹੀ ਨੁਕਸਾਨ ਹੈ। ਖਾਦਮ ਗੱਲ ਸੁਣ ਲੈ, ਇਹ ਧੰਦਾ ਜਹਿਲ ਲੋਕਾਂ ਦਾ, ਨਪੜ੍ਹ ਲੋਕਾਂ ਦਾ, ਇਹ ਧੰਦਾ ਨਹੀਂ ਪੜ੍ਹਿਆਂ ਲਿਖਿਆਂ ਲੋਕਾਂ ਦਾ ਧੰਦਾ ਨਹੀਂ। ਇਹਦੇ ਨਾਲ ਉਹਨਾਂ ਨੂੰ ਕਰਨਾ ਚਾਹੀਦਾ, ਇਹਦਾ ਮਕਸਦ ਹੀ ਕੋਈ ਨਹੀਂ। ਇਹ ਅਸੀਂ ਕਿੱਥੇ ਜਾਈਏ? ਇਹ ਲੋਕ ਇਹ ਨਾ ਕਰੀਏ, ਬਕਾਇਆ ਹਾਲ ਕੋਈ ਨਹੀਂ। ਅਸੀਂ ਸਾਰਾ ਟੱਬਰ ਸਣੇ ਧੀਆਂ, ਸਣੇ ਔਲਾਦ, ਸਣੇ ਬੱਚਿਆਂ ਟੁਰੇ ਆ, ਤਾਂ ਸ਼ਾਮ ਪੈਂਦੀ ਹੈ ਤੇ ਸਵੇਰ ਜਾਣਾ ਵੇਲੇ ਸਾਡਾ ਕੰਮ ਉੱਥੇ ਹੀ ਹੁੰਦਾ ਜਿੱਥੇ ਆ ਛੱਡਿਆ ਹੁੰਦਾ। ਸਹੀ ਹੋ ਗਿਆ। ਅੱਛਾ ਤੁਹਾਡੇ ਇਹ ਇੰਨੀ ਮਿਹਨਤ ਹੈ ਕਿ ਸ਼ੁਕਰ ਅਲਹਮਦੁਲਿਲਾ ਅਸੀਂ ਕਰਨੇ ਆ ਕਿ ਸਾਨੂੰ ਅੱਲਾ ਨੇ ਇੰਨਾ ਵੀ ਦਿੱਤਾ ਹੈ, ਬਕਾਇਆ ਇਹ ਵੀ ਨਾ ਦੇ ਤੇ ਅਸੀਂ ਕੀ ਕਰ ਸਕਨੇ ਆ। ਇੱਕ ਬੜੀ ਖਾਸ ਗੱਲ ਤੁਹਾਡੇ ਕੋਲ ਇੱਥੇ ਪੁੱਛਣਾ ਚਾਹਾਂਗਾ, ਕਿਉਂਕਿ ਇਸ ਕੰਮ 'ਚ ਇੰਨਾ ਜ਼ਿਆਦਾ ਖਰਚ ਹੋ ਜਾਂਦਾ ਹੈ, ਇੰਨੀ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਅਗਰ ਫਰਜ਼ ਕਰੋ ਕੋਈ ਬੰਦਾ ਕੰਮ ਸ਼ੁਰੂ ਕਰ ਲੈਂਦਾ ਹੈ, ਉਹਨੂੰ ਕਿਹੜੀਆਂ ਕੋਈ ਖਾਸ ਗੱਲਾਂ ਦੱਸੋ ਜਿਹਦੇ ਨਾਲ ਉਹ ਆਪਣੇ ਅਖਰਾਜਾਤ ਘੱਟ ਕਰੇ ਤੇ ਉਹਦਾ ਮੁਨਾਫਾ ਜ਼ਿਆਦਾ ਹੋ ਜਾਏ? ਕੋਈ ਖਾਸ ਗੱਲਾਂ ਦੱਸੋ ਜਾਨਵਰਾਂ ਦੇ ਬਾਰੇ। ਖਾਸ ਮੈਂ ਇਹਦੇ 'ਚ ਕਿਹੜਾ ਝੂਠ ਬੋਲਾਂ? ਇਹ ਧੰਦਾ ਹੀ ਬੜਾ ਔਖਾ ਹੈ, ਇਹ ਬੜਾ ਔਖਾ ਹੈ। ਇਹ ਵੇਖਦੇ ਹੀ ਬੜਾ ਚੰਗਾ ਲੱਗਦਾ ਹੈ। ਇਹ ਤੇ ਬੰਦੇ ਨੂੰ ਲੈ ਜਾਂਦਾ ਗਾਂ ਜਨਮ ਨੂੰ, ਜਰਾ ਕੁ ਪੁੱਠਾ ਪੈ ਜਾਏ ਤੇ ਖਾਦਮ ਝੂਠ, ਇਹਦੀ ਕੋਈ ਗੱਲ ਨਹੀਂ ਕਰਨ ਵਾਲੀ। ਕਿੰਨੇ ਅਰਸੇ ਤੋਂ ਕਰ ਰਹੇ ਹੋ? ਮੈਂ ਜੂੰ ਜੰਮਿਆ ਨਪਾੜਾਂ ਦੇ ਇਹਦੇ ਵਿੱਚ ਹੀ ਜਾ ਰਿਹਾ, ਬੁੱਢੇ ਹੋ ਗਏ। ਤੁਸੀਂ ਅਗਰ ਨੁਕਸਾਨ ਦੇ ਫਿਰ ਤੁਸੀਂ ਕਿਉਂ ਕਰਦੇ ਹੋ? ਨਹੀਂ ਤੂੰ ਮੇਰੀ ਗੱਲ ਨਹੀਂ ਸਮਝਿਆ। ਤੁਹਾਡੀਆਂ ਬੀਬੀਆਂ ਨਾ ਉਹਨਾਂ ਨੂੰ ਆਖੀਏ ਨਾ ਪਾਣੀ ਦਾ ਗਲਾਸ ਆਪੀ ਪੀ ਲਓ ਤਾਂ ਕੋਈ ਮੈਂ ਸ਼ਾਮ ਨੂੰ ਛੱਡ ਕੇ ਟੁਰ ਜਾਣ ਤੁਹਾਨੂੰ, ਤੇ ਅਸਾਂ ਸਵੇਰੇ ਦਾਨਾ ਵੇਲੇ ਨਾਲ ਢੋਰੀਆਂ ਨੇ, ਰਾਤ 10 ਵਜੇ ਤੱਕ ਨਾਲ ਢੋਰਨਾ। ਸਾਡੀ ਇੰਜ ਦੀ ਜ਼ਿੰਦਗੀ ਹੈ। ਤੁਹਾਨੂੰ 8 ਪੈਰ ਸਾਡੀ ਜ਼ਿੰਦਗੀ ਨਾਲ ਗੁਜ਼ਾਰਨੇ ਪੈਣ, ਤੁਸੀਂ ਆਖਣਾ ਦੁਨੀਆ ਤੋਂ ਬਾਹਰ ਚੰਗੇ। ਚੱਲ ਠੀਕ ਹੋ ਗਿਆ। ਝੂਠੇ। ਅੱਛਾ ਚਾਚਾ ਅਗਰ ਕੋਈ ਜਾਨਵਰ ਪੱਠੇ ਨਹੀਂ ਸਹੀ ਖਾਂਦਾ ਤਾਂ ਉਹਦੇ ਵਾਸਤੇ ਕੋਈ ਦੇਸੀ ਹਾਲ ਦੱਸੋ। ਅਸੀਂ ਜ਼ਿਆਦਾਤਰ ਇਹ ਲੂਣ ਮਿਰਚੀ ਦੇ ਲੈਨੇ, ਹੋਰ ਕੀ ਹਾਲ ਹੈ ਸਾਡੇ ਕੋਲ। ਅਸੀਂ ਸਾਦੇ ਲੋਕ। ਗਰਮੀ ਕੋ ਡੰਗਰ ਕਰੇ ਤੇ ਨਾਰਦਾਣਾ ਘੋੜ ਲਓ ਜਾਂ ਕੋਈ ਢੇਲਾ ਖਾਲ ਨੂੰ ਪਾ ਲਵੋ, ਤੇ ਸਾਰਾ ਕੁਝ ਐਵੇਂ ਧਿਆਤਨ ਆਪਣੇ ਦਿਲ ਨੂੰ ਦਲੇਰੀ ਹੈ। ਬਕਾਇਆ ਰਾਮ ਅੱਲਾ ਕੋਲ ਹੀ ਨੇ। ਐਡੀਆਂ ਖਾਸ ਦਵਾਈਆਂ ਸਾਡੇ ਜੱਟਾਂ ਲੋਕਾਂ ਕੋਲ ਕਿੱਥੇ ਨੇ?
हाँ फर्ज करो एक जानवर सूंदा है तो जल्दी सू जाता अपने टाइम तो हाँ जिन्होंने धरूणा कहते हैं ठीक है दुध नहीं सही दिंदा उन्होंने दुध ते लियाउण वास्ते की कीता जा सकदा पहली गल तो यह कि जदों वो कमी इस विच आ जाता है तो सारा सूआ वो कमी ये ही रहिंदी नंबर 2 ਉਹਨੂੰ ਦਲੇਰੀ ਆਪਣੇ ਆਪ ਨੂੰ ਦੇਣ ਵਾਸਤੇ ਤੇ ਉਹਦੀ ਜਾਨ ਦੀ ਹਿਫਾਜ਼ਤ ਵਾਸਤੇ ਉਹਨੂੰ ਗੁਲਕੰਦ ਦੇਣੇ ਆ ਉਹਦੇ ਨਾਲ ਉਹਨੂੰ ਕਿਲੋ 2 ਦੇ ਕੇ 3-4 ਡੰਗ ਸਾਫ਼ ਕਰਨੇ ਆ ਜਦੋਂ ਸਾਫ਼ ਹੋ ਜਾਂਦਾ ਤੇ ਫਿਰ ਉਹ ਜਿੰਨੇ ਜੋਗਾ ਹੁੰਦਾ ਨਾਲ ਸਿਰ 2-2 ਪਿਆ ਦਿੰਦਾ ਆਪਣਾ ਖਰਚਾ ਪਿਆ ਟੋਰਦਾ ਨਹੀਂ ਨਹੀਂ ਠੀਕ ਹੈ ਹਾਂ ਅਗਰ ਕੋਈ ਜਾਨਵਰ ਸੌਣ ਤੋਂ ਪਹਿਲੇ ਪਿੱਛਾ ਕੱਢਦਾ ਉਹਦਾ ਵੀ ਹੱਲ ਜਿਹੜਾ ਤੇ ਜ਼ਿਆਦਾ ਪਿੱਛੇ ਤੇ ਲੱਗ ਜਾਂਦਾ ਤਾਂ ਕੋਈ ਹੱਲ ਨਹੀਂ ਕਈ ਵੇਖੇ ਨੇ ਡੰਗਰ ਵਿਕਦੇ बड़े बड़े इलाज करके डंगर विक जाते हैं खलोंदा ने फंडर भी कई वेख्या पिछा देंदियां तो उन्होंने कोई हल नहीं देसी वंडा कुछ लोग दसते हैं कुछ देसी खुराक ऐसियां ने जिहड़ी जानवर का खास तौर पर दुध वधांदियां ने तुहाडी नज़र ऐसी कोई खुराक है देसी खुराक छटाला होना सारियां नालों बेहतर मकई आ जाती है रामा चरी बाजरा इहदा कुछ टाइम आउंदा है उहदे च दुध हुंदा है जदों जरा निसर जाता है कोई दुध नहीं हुंदा इहदे च ये डंग बुलाने वाली गल होंदी अजकल एक अच्छी नस्ल की सूई मझ ताजी किन्ने की मिल जाती है असी लोग जो डंगर वाले सानू को आखे ना मैं चंगी है तो लै 2 लाख लै तो दे छड़ तो असी नहीं देंगे ऊंज व्यापारी को जाइए तो 1.5-2 लाख की मझ लभ जाती है 70 की 75 की झोटी लभ जाती है कोई नवा बंदा कारोबार शुरू करता है तो उन्होंने ताज़ियां मझां लैके शुरू करना चाहिए झोटियां लैके शुरू करना चाहिए या फिर खांगियां मझां लैके शुरू करना मैं तो ना जो इन्ना काम करन जोगा है वो ये ना करे कोई होर कर ले एक बंदे को वसाइल जी ने वो लगा डेयरी पान तो किसी होर भाई रुपये ला ले उन्हें जरूर फा लगना खादम झूठ पढ़ वो बेचारे होंगे ही कुछ नहीं और 4-5 किलो मेरी जमीन आ गई है मैं 4 डंगर संभाला वो मझां लैके शुरू करे झोटियां लैके या खांगियां मझां लैके वो छोटे तो शुरू हो जाए बचना सू तो जो ताज़ियां लैके व्यापारी को आएगा तो 2 साल वो पैसे लांदा रहेगा झोटियां लैन का की फायदा होगा मेहनत करेगा उन्होंने वो पनीरी है हम असी लाभ फड़ के हथियां पुट के धो के लाने अज मुंजी निसरन से टुर गई वो सानू 4 पैसे लभ जाएंगे वो इन्नी गल है मझ ताज़ी लियावांगे 1 महीना चोण तो बाद उन्ना दुध नहीं देना जिन्नी उसकी रकम घट जानी है गल झोटी 15-16 महीनों की किन्ने की मिल जाती 15-16 महीनों की 1.5 साल की पूरी खुशहाल रखी होवे किसे तो 40,000 दे अगे पिछे हाँ 50 की 45 की तो जे वो हालत ही बेचारी डाउन होए तो वही 20-25 की भी क्यों भाई अच्छा एक गल दसो कि जानवर को डॉक्टर दिखाना चाहिए झोटा करना चाहिए साड़ी अकल नाल साड़ी मालदारी के लिहाज नाल सादगी के लिहाज नाल बेहतर कट्टा ही विच होवे क्यों कि किते खड़न की लोड़ नहीं उन्होंने वेखण की लोड़ नहीं वो बिच्चे ही उन्हें रहना आप ही वेख लेना कोई सानू घर वाले को पता ही ना उतो बाहर बन भी गई हो बहुत शुक्रिया चाचा बड़ी अच्छी गलबात की बहुत